ਮੂੰਹ ਮੰਗੀਆਂ ਮੁਰਾਦਾਂ ਪਾ ਲਈਏ। ਬਾਬਾ ਨੰਦ ਸਿੰਘ ਜੀ ਦੇ ਦਰ ਤੋਂ, ਬਾਬਾ ਨੰਦ ਸਿੰਘ ਜੀ ਦੇ ਦਰ ਤੋਂ, ਬਾਬਾ ਨੰਦ ਸਿੰਘ ਜੀ ਦੇ ਦਰ ਤੋਂ, ਬਾਬਾ ਨੰਦ ਸਿੰਘ ਜੀ ਦੇ ਦਰ ਤੋਂ। ਰਾਮ ਗਇਓ ਰਾਵਣ ਗਇਓ, ਜਾਕੋ ਬਹੁ ਪਰਿਵਾਰੀ, ਜਾਕੋ ਬਹੁ ਪਰਿਵਾਰੀ, ਜਾਕੋ ਬਹੁ ਪਰਿਵਾਰੀ। जो दिन आवे सो दिन जाही, करना कूच रहन थिर नाही। जो दिन आवे सो दिन जाही, करना कूच रहन थिर नाही। संग चलत है हम पी ही चलना, दूर गवन सिर ऊपर मरना। संग चलत है हम भी चलना, दूर गवन सिर ऊपर मरना। क्या तू सोया जाग आना, तै जीवन जग सच कर जाना। क्या तू सोया जाग आना, तै जीवन जग सच कर जाना। राम गयो रावण गयो, जाको बहु परिवारे, जाको बहु परिवारे। कहो नानक थिर कछ नहीं, कहो नानक थिर कछ नहीं, सुपने जो संसार। राम गयो रावण गयो, रावण गयो, जाको बहु परिवारी, जाको बहु परिवारी, जाको बहु परिवारी, जाको बहु परिवार। किसी ने महात्मा लोग नूं सवाल किया भी कौन तेरे संगी साथी, तेरे नाल कौन जाएगा? ते ओ महापुरखा ने कहा कहते धरती हमारी बहन भाणजी, जही हमारी माता, गंगा हमरे संग चलेगी, अग्न करेगी बाता। अग शमशान घाट च कोई नहीं ठहरदा, सब वापस आ जाते हैं। ते ऐ बंदे जिहड़ी वस्तु तू नाल लेके जानी सी, गुरु की गल सुनी नहीं कि भाई जो गुर सतगुर का सिख खाए सो भल के उठ हर नाम ते आवे। नाम तो सवाए तुठ एक भी तेरे नाल नहीं जानी, पर ओ तू कट्ठी नहीं कीती। ते पर यह संकेत कहंदे ओ सब कुछ इकट्ठा करन वालिया, संसार दीयां वस्तुआं सब इकट्ठियां कर लईआं, पर हुण तू जा रहे हैं इस संसार नूं छड्ड के, कहंदे लैके किवें जाएगा? ओ राईया तेरे ते जेब ही नहीं लगी, बोझा ही नहीं लग्या तेरे ते, किवें पा के लेके जाएगा? जेड़े मुर्दे दे कपड़े पाए जांदे ने उन्हां दे जेब नहीं लगी हुंदी, जेब नहीं लाउंदे उन्हां दे। ओ इस गल दा संकेत है कि तू बहुत कुछ कमा रहे हैं, ये तेरे नाल नहीं जाना, लैके भी किवें जाएगा? ओ राईया तेरे ते जेब ही नहीं होनी। ते दूसरा संकेत ये हुंदा है, मुर्दे दे उपर चिट्टा सफेद कपड़ा पाया जाता है कि ऐ बंदे दुनिया विच आके तू बड़े रंग मंच कीते, बड़ा तमाशगिरियां कीतियां, पर दुनिया दा एक भी रंग तेरे नाल नहीं जा रहा, बिल्कुल सफेद ते चिट्टा जा रहे हैं तू। ते तीसरा संकेत यह हुंदा है, अर्थी तैयार की जाती है। जो अर्थी तैयार की जाती है फिर चार शरीर चुक के तुरदे ने, अगे अगे चार शरीर चुक के अर्थी, पिछे भाई ते भाइयां तो पिछे माइयां हुंदियां ने। हुण शहरां विच ते समा तब्दील हो गया, पर परंतन पिंडां दी गल एक कथन कीती है, अगे अगे भाई हुंदे ने
ਤੇ ਭਾਈਆਂ ਤੋਂ ਪਿੱਛੇ ਮਾਈਆਂ ਹੁੰਦੀਆਂ ਨੇ ਤੇ ਉਹ ਜਾਣ ਵਾਲਾ ਜਿਹੜਾ ਰਾਹੀ ਹੈ ਪਿੱਛੇ ਸਾਡੇ ਬੈਠਣ ਵਾਲਿਆਂ ਨੂੰ, ਸੰਸਕਾਰ ਤੇ ਆਉਣ ਵਾਲਿਆਂ ਨੂੰ, ਆ ਅੰਤਮ ਅਰਦਾਸ ਵਿੱਚ ਆਉਣ ਵਾਲਿਆਂ ਨੂੰ ਉਹ ਜਾਣ ਵਾਲਾ ਰਾਹੀ ਇੱਕ ਪੈਗਾਮ, ਇੱਕ ਸੰਦੇਸ਼ ਦੇ ਕੇ ਜਾਂਦਾ ਹੈ। ਕੀ ਕਹਿੰਦਾ? ਇਹ ਜਗ ਸੁਪਨੇ ਦੀ ਨਿਆਈ ਹੈ, ਮੌਜਾਂ ਮਾਣਦੇ ਕਈ ਅਮੀਰ ਤੁਰ ਗਏ, ਜਿਹਦੇ ਧਾਵਿਆਂ ਤੋਂ ਹਿੰਦ ਕੰਬਦੀ ਸੀ, ਤਖਤ ਤਾਜ ਨੂੰ ਛੱਡ ਅਖੀਰ ਤੁਰ ਗਏ, ਰੋਹੀ ਰਹਿਣ ਵਾਲੇ, ਤਪ ਕਰਨ ਵਾਲੇ, ਵੇਲੇ ਆਖਰ ਦੇ ਪੀਰ ਫਕੀਰ ਤੁਰ ਗਏ, ਜਿਨ੍ਹਾਂ ਨਾਲ ਰਲ ਖੇਡਾਂ ਖੇਡੀਆਂ ਸਨ, ਭੈਣਾਂ ਕੱਲੀਆਂ ਨੂੰ ਛੱਡ ਕਈ ਵੀਰ ਤੁਰ ਗਏ, ਉਹ ਮਣਾ ਮੇਰਿਆ ਬਿਸਤਰਾ ਗੋਲ ਰੱਖੀ, ਤੇਰੇ ਨਾਲ ਦੇ ਕਈ ਸ਼ਰੀਰ ਤੁਰ ਗਏ। ਜਿਹੜੇ ਜਾ ਰਹੇ ਹਨ ਸਾਡੇ ਨਾਲ ਦੇ, ਇੱਕ ਦਿਨ ਤੈਂ ਵੀ ਤੁਰ ਜਾਣਾ ਹੈ। ਸੋ ਸਾਧ ਸੰਗਤ, ਰਾਜੇ ਮਹਾਰਾਜਿਆਂ ਤੋਂ, ਅਮੀਰਾਂ ਤੋਂ, ਗਰੀਬਾਂ ਤੋਂ, ਪ੍ਰਜਾ ਦੇ ਜਾਣ ਤੋਂ ਤੈਨੂੰ ਯਕੀਨ ਨਹੀਂ ਆਇਆ? ਮਨ ਤੇਰਾ ਭਤੀਜਿਆ ਨਹੀਂ ਹਲੇ ਵੀ ਜਾ ਰਹੇ ਨੇ, ਮੈਂ ਵੀ ਜਾਣਾ ਹੈ। ਤੇ ਜੇ ਨਹੀਂ ਯਕੀਨ ਆਇਆ ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹੋਰ ਨੇੜੇ ਹੋ ਕੇ ਤੱਕ ਲੈ, ਨੇੜੇ ਹੋ ਕੇ। ਕੀ ਕਹਿੰਦੇ ਨੇ ਸੁਣਿਓ ਜਰਾ, ਨੇੜੇ ਹੋ ਕੇ ਤੱਕ ਲੋ। ਕੀ ਤੱਕ ਲੋ? ਬਾਬਾ ਜੀ ਕਹਿੰਦੇ ਫਰੀਦਾ ਕਿੱਥੇ ਟੈਂਡੇ ਮਾਪਿਆਂ, ਕਿੱਥੇ ਚਲੇ ਗਏ ਹਨ? ਫਰੀਦਾ ਕਿੱਥੇ ਟੈਂਡੇ ਮਾਪਿਆਂ, ਜਿੰਨੀ ਤੂੰ ਜਾਣਿਓ ਓਏ, ਉਹ ਪਾਛੇ ਤੈਨ ਲੱਦ ਗਇਓ, ਤੂੰ ਅਜੇ ਨਾ ਪਤੀਨਿਓ ਓਏ। ਤੈਨੂੰ ਯਕੀਨ ਨਹੀਂ ਆਇਆ? ਜਿਨ੍ਹਾਂ ਨੇ ਤੈਨੂੰ ਲਾਡ ਲੜਾਏ, ਚੂਰੀਆਂ ਕੁੱਟ-ਕੁੱਟ ਕੇ ਖਵਾਈਆਂ, ਗਧੇੜਿਆਂ ਤੇ ਬਿਠਾ ਕੇ ਤੈਨੂੰ ਲੋਰੀਆਂ ਦਿੱਤੀਆਂ, ਕਿੱਥੇ ਹਨ ਉਹ? ਚਲੇ ਗਏ। ਇਹ ਤੋਂ ਅੱਗੇ ਹੋ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਤੇ ਬਸ ਫਿਰ ਸ਼ੰਕੇ ਨਿਵਰਤੀ ਕਰ ਦਿੱਤੇ। ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ, ਜੋ ਉਪਜਿਓ ਸੋ ਬਿਨਸ ਹੈ। ਜਿਹੜੀ ਚੀਜ਼ ਇਸ ਦੁਨੀਆ ਤੇ ਪੈਦਾ ਹੋਈ ਹੈ ਉਹ ਖਤਮ ਹੋ ਜਾਏਗੀ, ਖਤਮ ਹੋ ਜਾਏਗੀ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਅੱਜ ਜਾਂ ਕੱਲ ਉਹਨੇ ਸਮੇਂ ਨੇ ਉਹਨੂੰ ਨਿਗਲ ਜਾਣਾ, ਖਤਮ ਕਰ ਦੇਣਾ, ਕਿਉਂਕਿ ਅਸੀਂ ਸਾਰੇ ਸਮੇਂ ਦੇ ਪ੍ਰਭਾਵ ਥੱਲੇ ਹਾਂ ਤੇ ਸਮਾਂ ਸਭ ਨੂੰ ਖਾ ਜਾਏਗਾ, ਨਹੀਂ ਛੱਡੇਗਾ ਕਿਸੇ ਨੂੰ। ਐਡੇ ਐਡੇ ਰਾਜੇ ਮਹਾਰਾਜਿਆਂ ਨੂੰ ਨਹੀਂ ਬਖਸ਼ਿਆ ਤੇ ਤੂੰ ਕਿਹੜੀ ਬਾਗ ਦੀ ਮੂਲੀ ਹੈ? ਬਾਬਾ ਜੀ ਕਹਿੰਦੇ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਜੇ ਤੈਨੂੰ ਸਮਝ ਪੈ ਜੇ ਵੀ ਮੇਰੇ ਨਾਲ ਦੇ ਤੁਰੇ ਜਾ ਰਹੇ ਨੇ ਮੇਰੇ ਸੰਗੀ ਸਾਥੀ, ਸਾਧ ਸੰਗਤ ਆਪਾਂ ਕਹਿੰਦੇ ਜੀਵਨ ਸਾਥੀ, ਮੀਆਂ ਬੀਬੀ, ਪਤੀ ਪਤਨੀ, ਜੀਵਨ ਸਾਥੀ ਨੇ, ਦੁੱਖ ਸੁੱਖ ਦੇ ਸੰਗੀ ਨੇ। ਮਾਫ ਕਰਨਾ ਹੈ, ਮਾਫ ਕਰਨਾ। ਸਫ਼ਰ ਸ਼ੁਰੂ ਇਕੱਠਿਆਂ ਦਾ ਜ਼ਰੂਰ ਹੁੰਦਾ ਹੈ, ਸਮਾਪਤ ਇਕੱਠਿਆਂ ਦਾ ਨਹੀਂ ਹੁੰਦਾ, ਸਮਾਪਤ ਨਹੀਂ ਹੁੰਦਾ। ਕਈਆਂ ਨੂੰ ਘਰ ਵਾਲੀਆਂ ਛੱਡ ਗਈਆਂ, ਕਈਆਂ ਨੂੰ ਘਰ ਵਾਲੇ ਛੱਡ ਗਏ। ਸਫ਼ਰ ਸ਼ੁਰੂ ਇਕੱਠਿਆਂ ਦਾ ਜ਼ਰੂਰ ਹੁੰਦਾ ਹੈ, ਸਮਾਪਤ ਇਕੱਠਿਆਂ ਦਾ ਨਹੀਂ ਹੁੰਦਾ। ਪਰ ਜੇ ਤੈਨੂੰ ਪਤਾ ਲੱਗ ਜਾਏ, ਕਈ ਬਜ਼ੁਰਗ ਆਸਾਂ ਲਾ ਕੇ ਬੈਠੇ ਨੇ, ਸਾਡਾ ਵਡੇਪਾ ਆ ਗਿਆ, ਸਾਡੀ ਅਰਥੀ ਚੁੱਕਣ ਵਾਲੇ ਮੇਰੇ ਪੁੱਤ। ਪਰ ਕਈ ਬਜ਼ੁਰਗਾਂ ਨੇ ਆਪਣੇ ਪੁੱਤਾਂ ਦੀਆਂ ਅਰਥੀਆਂ ਕੰਧਿਆਂ ਤੇ ਚੁੱਕ ਕੇ ਸ਼ਮਸ਼ਾਨ ਘਾਟ ਲੈ ਕੇ ਗਏ ਨੇ, ਚੁੱਕਣੀਆਂ ਪੈ ਗਈਆਂ, ਪਹਿਲਾਂ ਹੀ ਚਲੇ ਗਏ। ਸੋ ਸਾਧ ਸੰਗਤ, ਇਹ ਸਾਡੇ ਲਈ ਗਿਆਨ ਹੈ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਨ ਥਿਰ ਨਾਹੀ, ਸੰਗ ਚਲਤ ਹੈ ਹਮ ਵੀ ਚੱਲਣਾ, ਦੂਰ ਗਵਨ ਸਿਰ ਊਪਰ ਮਰਨਾ। ਤੇ ਜੇ ਤੈਨੂੰ ਪਤਾ ਲੱਗ ਜਾਏ ਵੀ ਮੈਂ ਜਾਣਾ ਹੈ ਤੇ ਫਿਰ ਤੈਨੂੰ ਕਰਨਾ ਕੀ ਚਾਹੀਦਾ ਹੈ? ਅਸਲ ਸਾਧ ਸੰਗਤ, ਕੋਈ ਬਹੁਤੀਆਂ ਖੁਸ਼ੀਆਂ ਤੋਂ, ਬਹੁਤੀ ਖੁਸ਼ੀ ਤੋਂ ਕੋਈ ਰੱਬ ਨਾਲ ਨਹੀਂ ਜੁੜਿਆ। ਜੇ ਕੋਈ ਕਹੇ ਵੀ ਮੈਨੂੰ ਬਹੁਤੀ ਮੈਂ ਸੁੱਖ ਹੈ, ਸੁਖੀ ਜ਼ਿੰਦਗੀ ਵਾਲਾ ਰੱਬ ਨਾਲ ਨਹੀਂ ਜੁੜਿਆ। ਕੋਈ ਘਟਨਾ ਘਟੀ ਹੈ ਜੀਵਨ ਜ਼ਿੰਦਗੀ ਚੋਂ, ਕੋਈ ਦੁੱਖ ਤੋਂ ਚੋਟ ਖਾ ਕੇ ਉਹੀ ਪਰਤ ਕੇ ਇਸ ਪਾਸੇ ਆਇਆ, ਦੂਜਾ ਨਹੀਂ ਆਇਆ। ਇੱਕ ਮਹਾਤਮਾ ਬੁੱਧ ਦਾ ਜ਼ਿਕਰ ਹੈ, ਛੋਟਾ ਜਿਹਾ ਨਾਲ ਲੈ ਲਓ, ਹੋਰ ਥੋੜਾ ਖੁਲਾਸਾ ਹੋ ਜਾਏਗਾ। ਮਹਾਤਮਾ ਬੁੱਧ ਜੀ ਛੋਟੇ ਜਿਹੇ ਬੱਚੇ ਸਨ, ਬੱਚਿਆਂ ਨੂੰ ਖੇਡ ਪਿਆਰੀ ਹੁੰਦੀ ਹੈ ਤੇ ਸਵੇਰੇ ਸਵੇਰੇ ਜਿਵੇਂ ਸਰਦੀਆਂ ਦੇ ਦਿਨ ਨੇ, ਆਪਾਂ ਵੀ ਸਵੇਰੇ ਸਵੇਰੇ ਸਾਥੀ ਆ ਜਾਂਦੇ ਸਨ,
ਖੇਡਣਾ ਜਾ ਕੇ। ਤੇ ਆ ਗਏ ਸਾਥੀ ਕਹਿਣ ਲੱਗੇ ਕਿ ਚਲੋ ਖੇਡਣ ਚੱਲੀਏ। ਜਦੋਂ ਥੋੜਾ ਘਰ ਤੋਂ ਦੂਰ ਗਏ ਨਾ ਤੇ ਕੀ ਵੇਖਿਆ, ਇੱਕ ਸਰੀਰ ਥੱਲੇ ਪਾਇਆ। ਪੁਰਾਤਨ ਸਮਿਆਂ ਦੇ ਵਿੱਚ ਹੁਣ ਤੇ ਬਹੁਤ ਕੁਝ ਬਦਲ ਗਿਆ, ਪਰ ਪੁਰਾਣੇ ਸਮੇਂ 'ਚ ਮੁਰਦੇ ਨੂੰ ਮੰਜੇ ਤੇ ਨਹੀਂ ਪਾਉਂਦੇ ਸਨ, ਚੁੱਕ ਕੇ ਧਰਤੀ ਤੇ ਪਾਉਂਦੇ ਸਨ, ਕਿਉਂਕਿ ਇਹ ਪ੍ਰੇਤ ਬਣ ਗਿਆ, ਭੂਤ ਬਣ ਗਿਆ, ਉਹਨੂੰ ਧਰਤੀ ਤੇ ਪਾਉਂਦੇ ਸਨ, ਅਪਵਿੱਤਰ ਸਮਝਦੇ ਸਨ, ਧਰਤੀ ਤੇ ਪਾਉਂਦੇ ਸਨ। ਧਰਤੀ ਤੇ ਪਾਤਾ, ਪਰਿਵਾਰ ਰੁਦਨ ਕਰਦਾ। ਮਹਾਤਮਾ ਬੁੱਧ ਜੀ ਵਾਪਸ ਆਏ, ਆ ਕੇ ਕਹਿਣ ਲੱਗੇ ਮਾਂ ਇੱਕ ਸਰੀਰ ਪਿਆ ਹੈ ਤੇ ਪਰਿਵਾਰ ਰੋਈ ਜਾਂਦਾ ਹੈ, ਉਹਨੂੰ ਕੀ ਹੋ ਗਿਆ? ਤੇ ਮਾਂ ਨੇ ਸਮਝਿਆ ਵੀ ਬੱਚਾ ਬਾਲਕ ਹੈ, ਇਹਦੇ ਮਨ ਤੇ ਅਸਰ ਪਏਗਾ। ਆਪਾਂ ਦੱਸਦੇ ਨਹੀਂ ਨਾ ਕੁਝ ਗੱਲਾਂ ਬੱਚਿਆਂ ਨੂੰ, ਤੇ ਤੁਸੀਂ ਜਾਓ ਜਾ ਕੇ ਖੇਡੋ। ਪਰ ਸਾਡੇ ਸ਼ਹਿਰਾਂ ਦੀ, ਪਿੰਡਾਂ ਦੀ ਫਿਦਰਤ ਪਿਆਰ, ਆਪਸ ਵਿੱਚ ਪ੍ਰੇਮ ਹੈ। ਜਿਸ ਘਰ ਵਿੱਚੋਂ ਰੋਣ ਦੀ ਆਵਾਜ਼ ਆ ਜਾਏ ਤੇ ਅਸੀਂ ਭੱਜ ਕੇ ਜਾ ਕੇ ਵੇਖਦੇ ਹਾਂ ਵੀ ਇਸ ਘਰ ਵਿੱਚ ਕੀ ਘਟਨਾ ਘਟ ਗਈ। ਆਂਢੀ ਗੁਆਂਢੀ ਪਹੁੰਚੇ, ਜਦੋਂ ਫਿਰ ਉਹ ਉੱਥੋਂ ਦੀ ਮਹਾਤਮਾ ਬੁੱਧ ਜੀ ਲੰਘਣ ਲੱਗੇ ਤੇ ਹੋਰ ਆਸ ਪੜੋਸ ਇਕੱਠਾ ਹੋਇਆ ਤੇ ਉੱਚੀ ਉੱਚੀ ਰੋਣ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਮਹਾਤਮਾ ਬੁੱਧ ਜੀ ਫਿਰ ਵਾਪਸ ਆਏ, ਆ ਕੇ ਕਹਿਣ ਲੱਗੇ ਮਾਂ ਤੁਸੀਂ ਤੇ ਕਹਿੰਦੇ ਸੀ ਕੁਝ ਨਹੀਂ ਹੋਇਆ, ਪਰ ਉਹ ਤੇ ਉੱਚੀ ਉੱਚੀ ਹੋਰ ਇਕੱਠ-ਬੱਠ ਜ਼ਿਆਦਾ ਹੋ ਗਿਆ ਤੇ ਉੱਚੀ ਉੱਚੀ ਰੋਣ ਲੱਗ ਪਏ ਨੇ, ਤੇ ਕੀ ਹੋ ਗਿਆ? ਤੇ ਮਾਂ ਥੋੜਾ ਗਲਾ ਭਾਰਾ ਆਇਆ, ਕਹਿਣ ਲੱਗੇ ਬੇਟਾ ਉਹ ਮਰ ਗਿਆ। ਇਹ ਮਾਂ ਮਰਨਾ ਕੀ ਹੁੰਦਾ ਹੈ? ਬੇਟਾ ਉਹ ਲੋਕ ਛੱਡ ਕੇ ਪਰਲੋਕ ਚਲਾ ਗਿਆ। ਅੱਛਾ, ਜੇ ਉਹ ਲੋਕ ਛੱਡ ਕੇ ਪਰਲੋਕ ਚਲਾ ਗਿਆ ਤੇ ਫਿਰ ਉਹ ਵਾਪਸ ਕਦੋਂ ਆਏਗਾ? ਕਦੋਂ ਆਉਣਾ ਉਹਨੇ ਵਾਪਸ? ਤੇ ਮਾਂ ਦਾ ਗਲਾ ਭਾਰ ਆਇਆ, ਕਿਉਂਕਿ ਆਪਣੇ ਸਿਰ ਦੇ ਸਾਈਂ ਨੂੰ ਤੋਰਿਆਂ ਕਿੰਨਾ ਸਮਾਂ ਲੰਘ ਗਿਆ ਸੀ, ਜਿਹਨੂੰ ਬਾਬਾ ਫਰੀਦ ਸਾਹਿਬ ਜੀ ਨੇ ਵੀ ਕਹਿ ਦਿੱਤਾ, ਫਰੀਦਾ ਕਮਰਾਂ ਲੰਮਤ ਲੰਮੀਆਂ, ਉੱਪਰ ਕੱਖ ਪਏ, ਉਧਰੋਂ ਕੋਈ ਨਾ ਬੋੜਿਆ, ਇਧਰੋਂ ਲੱਖ 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 ਗਏ। ਕਿਉਂਕਿ ਆਪਾਂ ਵੀ ਕਿੰਨਿਆਂ ਨੂੰ ਤੋਰੀ ਬੈਠੇ ਆਂ, ਸਾਧ ਸੰਗ ਆਸਾਂ ਰੱਖ ਰੱਖ ਕੇ ਜਿਉਂਦੇ ਆ, ਕਦੇ ਕੋਈ ਸੁਪਨੇ 'ਚ ਹੀ ਆ ਕੇ ਮਿਲ ਲਵੇ। ਜਿਹੜੇ ਸੰਸਾਰ ਤੋਂ, ਦੁਨੀਆ ਤੋਂ ਚਲੇ ਜਾਂਦੇ ਹਨ, ਉਹ ਫਿਰ ਵਾਪਸ ਪਰਤ ਕੇ ਨਹੀਂ ਆਉਂਦੇ। ਫਿਰ ਮਾਂ ਹੁਣ ਕੀ ਕਰਨਗੇ? ਬੇਟਾ ਕੀ ਕਰਨਾ ਹੈ? ਆਪਾਂ ਹੁਣ ਵੀ ਵੇਖਦੇ ਹਾਂ ਕਿੰਨੀ ਲਾਈਫ ਬਿਜੀ ਹੈ, ਕਿਸੇ ਕੋਲ ਜਾਣ ਦਾ ਸਮਾਂ ਨਹੀਂ। ਪਰ ਸਾਧ ਸੰਗਤ, ਮੌਤ ਸਾਰਿਆਂ ਨੂੰ ਵਿਹਲਾ ਕਰ ਦਿੰਦੀ ਹੈ। ਬੇਟਾ ਕੀ ਹੋਣਾ ਹੈ ਹੁਣ ਦੇਖ ਲਈ, ਜਿਹਦੇ ਕੋਲ ਮਿਲਣ ਦਾ ਟਾਈਮ ਨਹੀਂ, ਦੇਖ ਲਈ ਸਾਰਿਆਂ ਨੇ ਵਿਹਲੇ ਹੋ ਜਾਣਾ ਹੁਣ ਥੋੜੇ ਸਮੇਂ ਲਈ, ਸਾਰਿਆਂ ਨੇ। ਜਲ ਕੀ ਪੀਤ पवन का थंभा, रक्त बूंद का गारा, हाड़ मास नाड़ी को पिंजर, पंखी वसै विचारा। प्राणी क्या मेरा क्या तेरा। ये शरीर दी बनतर है साडे दी, इनू शिंगार रहे हैं, इहदे नाल इन्ना प्यार करके बैठा है, इन्ना उच्चा हो के तुरदा, इन्ना मान ते हंकारी हो के बैठा है। शरीर दी बनतर ते वेख ला कादी बनी है। जल की भीत, भीत मीनिंग कंध, ये पानी दियां कंधां आ शरीर नूं दित्तियां होईयां ने। जल की भीत पवन, पवन हवा, हवा दा इहनूं थंम लाया होया है। जल की भीत पवन का थंबा, रक्त बूंद का आ ब्लड साडा पानी, इहदा गारा तैयार करके इहनूं लेपिया होया, लेप कीता होया है। जल की पीत पवन का थंबा, रक्त बूंद का गारा, हाड मास नाड़ी को पिंजर, पंखी वसै विचारा। हड मास नाड़ियां दा पिंजरा बना के इहदे अंदर आत्मा रूपी पंछी बनाता, बिठा दिता। ते बाबा जी कहंदे ओ भलिया इन्ना मान करी बैठा है, कदे पंछी वल वेख कदे मान कीता उहने, जेड़े दरख्त ते बैठदा क्या ये मेरा है, कदे नहीं कहंदा, क्योंकि उडारी मार के अज किते होर है, कल रात किते होर कटेगा। भोरा भी मान नहीं करदा, पर तू इन्ना मान करी बैठा। जल की पीत पवन का थंबा, रक्त बूंद का गारा, हाड मास नाड़ी को पिंजर, पंखी वसै प्राणी क्या मेरा क्या तेरा। साडे वेखदे वेखदे छड्ड के चले जांदे हन, फिर कादा मान। ऊंचे मंदिर सुंदर नारी, राम नाम बिन बाजी हारी। सो साध संगत राम दे नाम तो बिना तू कादा मान। आ शरीर
मुट्ठी हड्डियां दा इन्ना मान करी बैठा है, ये शरीर दी औकात की है। सो साध संगत फिर महात्मा बुद्ध जी ये शरीर दी औकात नूं समझ के छड्ड के घर-बार नूं वैरागी हो के तप करन वास्ते तुर पिया। सो साध संगत जिन्हों बाबा जी ने कहा जे तेनू समझ पै जे मैं मरना इस संसार तो जाना है, मेरे संगी साथी तुरे जा रहे ने, ते फिर तेनू करना की चाहिदा है। जो उपजो सो बिनस है, परो आज कै काल, नानक हर गुण गाए ले, छाड़ सगल जंजाल। भई प्राप्त मनुख दे हुरिया, गोविंद मिलन की एह तेरी वरिया, अवर काज तेरा कितै न काम, मिल साध संगत भज, केवल नाम तू सारे जंजालां नूं छड्ड के जेड़ा कर्म करन वास्ते इस मात लोक दी धरती ते आया है वो कर। जे हले तक नहीं शुरू किया, देखो बच्चे नूं आस हुंदी है मेरे ते जवानी आएगी, जवान नूं आस है बुढ़ेपा आएगा, विच एक अधखड़ भी असीं काउंट कीता है। अधखड़ जिहड़ी 40 तो 45 50 साल दी एज है, इहनूं अधखड़ असीं कथन करदे हां। अधखड़ बच्चे नूं आस है जवानी आएगी, जवान नूं आस है अधखड़ आएगी, अधखड़ नूं आस है बुढ़ेपा आएगा। 84 पर होए 85 पाकिस है, 60 पे बुढ़ेपा आवे, जदों 60 साल दा हो गया ते बुढ़ा हो गया। इदू अगे कोई अवस्था नहीं, जिहदी 60 साल की उम्र हो गई अगे कोई आस ते उम्मीद नहीं। हुण कौन आएगा? हुण ते मौत दा फरिश्ता आएगा तेनू लैण वास्ते। जिन्हों बाबा जी ने कहता फरीदा देख फरीदा यूठिया, दाढ़ी होई भूर, अग्गा नेड़े आया पिछा रहा। दूर जिथों तू चलिया सी ना वो बहुत दूर रह गया, ते एक एक कदम भावें साडे सारियां दा ही एक एक कदम मौत वल वध रहा, पर जदों बुढ़ेपा आ जांदा है उदों ते सच जाणिओ फिर अगे कोई अवस्था ही नहीं रहिंदी। तां ते बाबा जी कहंदे भाई अपना कारज सवार जो दुनिया ते करन वास्ते आया है, जे नहीं भी शुरू कीता ते करना चाहिए, ताकि अजकल समा बड़ा साध संग जी इहो जिहा भयानक चलदा है। अरदास एकाग्रता दा विषय है, एकाग्रता दा ये सच है। जय सिमरत सब किल विख नस है, पितरी होए उधारो, सो हर हर तुम सद ही जापो, जा का अंत ना पारो। ये सच है। बाबा जी कहंदे सिमरन दे अध्ययन द्वारा तू अपने पितरां दा उधार कर सकदा है, पर सिमरन द्वारा, भजन द्वारा, बंदगी द्वारा, एकाग्रता दी अरदास द्वारा। पर साडे कोल अरदास कित्थे है? असीं ते घड़ियां वेखदे हैं, कई बार अरदास करदे भाई साहब दा मोबाइल ही बोल पैंदा है, भाई साहब दा मोबाइल ही। अरदास एकाग्रता दा विषा ते साडे कोले माफ करना कई बार ते मैं वेखदा है कि वो जान वाला जिन्हों बाबा जी ने कह भी दिता आपन हत्ती अपना आपे ही काज सवारिए, अपना कारज आप सवार के जा, क्योंकि तेरे पिछे हुण दो हाथ जोड़ के ते पैर जोड़ के एकाग्रता नाल अरदास करने वाले बहुते नहीं रहे। इस करके अपनी अरदास अपना कारज सवार के जा, ताकि रे रे दरगह कहे न कहू आओ बैठ अदर सब देऊ। कह दईए कि गुरमुख जन्म सवार, गुरमुख जन्म सवार दरगह चलिया, सच्ची दरगह जाए सच्चा पिंड मलिया। कि वो चला गया, वधाइयां दईए असीं अपना कारज सवार के जाइए। ऐसा ना होवे कि समा बड़ा लाइफ बड़ी बिजी है, किसे कोल नहीं कि किसे लिए कोई अरदास करे। अज साडा विषा पता की है? सारे समझो। कहत कबीर सुनोहरे संतो, खेती ही करो नबेरा, अब की वार बख्श बंदे को, बहुर ना भवजल फेरा। कहते मां दा दर्जा धरती नूं दिता कि मां धरती वर्गी है। अरदासां बेनती कर दी है, मारो कुटो फिर भी साडे लई अरदासां जोदड़ियां करदी रहिंदी है मां। ते फिर दूसरा कहंदे मां स्वर्ग है। एक शरीर कहना मैं मंदिरां च लभ्या, मसीतां च लभ्या, तीर्थां ते लभ्या, बड़ी जगह भगवान नूं लभदा रहा, सारी जिंदगी ही लंघाती रब नूं लभदियां, भगवान नूं लभदियां। जदों थक टुट के मैं अपने घर विच आया ते घर विच आके की देखिया, जदों मैं अपनी चौखट चो दरवाजे चो अगे वड़न लग्या ना, ते मेरी मां दे चरणां विच भगवान पल्ला अड्ड के बैठा है, पल्ला अड्ड के। ते मैं आके पुछया मां ये कौन है?
ये कौन है? ते मेरी मां मेरे कंध ते हाथ रख के कहन लगी, पुत्र है भगवान है, ये भगवान है। ये की करना है? ये झोली अड के बैठा है। कहने बेटा ये मैथों ना स्वर्गां दा सुख मंगदा, भी थोड़ा जा उधारा दे दे, क्योंकि मैं स्वर्ग बनाने ने। स्वर्ग राम गयो रावण गयो, जाको मोह परिवारी, जाको मोह परिवारी, जाको मोह परिवारी। जो दिन आवे सो दिन जाही, करना कूच रहन थिर नाही। जो दिन आवे सो दिन जाही, करना कूच रहन थिर नाही। संग चलत है हम पी ही चलना, दूर गवन सिर ऊपर मरना। संग चलत है हम भी चलना, दूर गवन सिर ऊपर मरना। क्या तू सोया जाग आना, तै जीवन जग सच कर जाना। क्या तू सोया जाग आना, तै जीवन जग सच कर जाना। राम गयो रावण गयो, जाको मोह परिवारे, जाको मोह परिवारे। कहो नानक थिर कछ नहीं, कहो नानक थिर कछ नहीं, सुपने जो सन